ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਪ੍ਰੋਵਾਈਡ ਕਰਵਾ ਰਹੀ ਹਾਂ ਜੀ ਪੈਂਡਾਗੋਜੀ ਆਫ ਫਾਈਨ ਆਰਟਸ ਦਾ। ਇਹ ਸਿਲੇਬਸ ਹੈਗਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਕੋਰਡਿੰਗ ਤੇ ਜੋ ਸਟੂਡੈਂਟਸ ਬੀਐਡ ਜਰਨਲ ਕਰ ਰਹੇ ਆ ਫਸਟ ਸਮੈਸਟਰ ਦੇ ਵਿੱਚ ਆ ਉਹਨਾਂ ਸਟੂਡੈਂਟਸ ਦੇ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਕਿਉਂਕਿ ਮੈਂ ਤੁਹਾਨੂੰ ਕੰਪਲੀਟ ਜਿਹੜਾ ਸਿਲੇਬਸ ਹੈ ਜੀ ਉਹ ਪੈਂਡਾਗੋਜੀ ਆਫ ਫਾਈਨ ਆਰਟਸ ਦਾ ਦੱਸਣ ਜਾ ਰਹੀ ਹਾਂ ਜੀ। ਤੁਹਾਡਾ ਜੋ ਥਿਊਰੀ ਦਾ ਐਗਜ਼ਾਮ ਹੁੰਦਾ ਜੀ ਉਹ 40 ਮਾਰਕਸ ਦਾ ਹੁੰਦਾ ਥਿਊਰੀ ਦਾ ਐਗਜ਼ਾਮ ਤੇ ਇੰਟਰਨਲ ਪ੍ਰੈਕਟੀਕਲ ਜਿਹੜਾ ਹੈ ਉਹ 10 ਮਾਰਕਸ ਦਾ ਹੁੰਦਾ ਤੇ ਟੋਟਲ ਜਿਹੜੇ ਤੁਹਾਡਾ ਜਿਹੜਾ 50 ਮਾਰਕਸ ਦਾ ਜਿਹੜਾ ਪੂਰੇ ਡੀਐਮਸੀ ਤੋਂ ਨੰਬਰ ਲੱਗ ਕੇ ਆਉਂਦੇ ਆ। ਬਟ ਜਿਹੜੀ ਤੁਹਾਡੀ ਥਿਊਰੀ ਹੋਣੀ ਹੈ ਉਹ ਤੁਹਾਡਾ 40 ਮਾਰਕਸ ਦਾ ਐਗਜ਼ਾਮ ਹੋਵੇਗਾ ਜਿਹਦੇ ਵਿੱਚ ਜਿਹੜੇ 5 ਜਿਹੜੇ ਆ ਲਗਾ ਲਓ ਤੁਸੀਂ 5 ਜਿਹਦੇ ਵਿੱਚ ਜਿਹੜੇ ਯੂਨਿਟ ਆ ਜਿਹਦੇ ਵਿੱਚ ਹੁੰਦੇ ਆ 4 ਯੂਨਿਟ ਲੌਂਗ ਦੇ ਲਈ ਹੁੰਦੇ ਆ ਜਿਹਦੇ ਵਿੱਚ 2 ਜਿਹੜੇ ਆ ਹਰ ਇੱਕ ਯੂਨਿਟ ਦੇ ਵਿੱਚ 2 ਜਿਹੜੇ ਕੁਐਸਚਨ ਆ ਉਹ ਹੁੰਦੇ ਆ ਤੇ ਇੱਕ ਕੁਐਸਚਨ ਜਿਹੜਾ ਤੁਸੀਂ ਕਰਨਾ ਹੁੰਦਾ ਤੇ 8 ਮਾਰਕਸ ਜਿਹੜੇ ਤੁਸੀਂ ਉਹਦੇ ਵਿੱਚ ਜਿਹੜੇ ਗੇਨ ਆ ਉਹ ਤੁਸੀਂ ਕਰ ਸਕਦੇ ਹੋ। ਸੋ ਇੱਕ ਜਿਹੜਾ 5 ਦੇ ਵਿੱਚੋਂ ਜਿਹੜਾ 4 ਤਾਂ ਲੌਂਗ ਦੇ ਲਈ ਹੋ ਗਏ ਹੈ ਨਾ ਯੂਨਿਟ ਤੇ ਇੱਕ ਜਿਹੜਾ ਯੂਨਿਟ ਹੈ ਜੀ ਉਹ ਸ਼ਾਰਟ ਦੇ ਲਈ ਹੁੰਦਾ ਜਿਹਦੇ ਵਿੱਚ 2 ਮਾਰਕਸ ਹੁੰਦੇ ਆ 4 ਕੁਐਸਚਨ ਹੁੰਦੇ ਆ ਤੇ 2 ਮਾਰਕਸ ਤੁਸੀਂ ਜਿਹੜੇ ਗੇਨ ਹੈ ਉਹ ਕਰ ਸਕਦੇ ਹੁੰਦੇ ਹੋ ਹੈ ਨਾ। ਇੱਕ ਆਨਸਰ 2 ਮਾਰਕਸ ਦਾ ਹੁੰਦਾ ਹੈ ਤੇ ਟੋਟਲ 8 ਮਾਰਕਸ ਗੇਨ ਕਰ ਸਕਦੇ ਹੋ। ਠੀਕ ਹੈ ਸੋ ਸਟਾਰਟ ਕਰਦੇ ਹਾਂ ਜੀ। ਆਪਣੀ ਇੱਕ ਪਲੇਲਿਸਟ ਬਣੀ ਹੋਈ ਜੀ ਪੈਂਡਾਗੋਜੀ ਆਫ ਫਾਈਨ ਆਰਟਸ ਦੀ ਉਹਦੇ ਵਿੱਚ ਤੁਹਾਨੂੰ ਸਿਲੇਬਸ ਤੇ ਕੁਐਸਚਨ ਪੇਪਰ ਤੁਹਾਡਾ ਜਿਹੜਾ ਮਿਲ ਜਾਵੇਗਾ। ਸੋ ਆਪਾਂ ਗੱਲ ਕਰਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਤੇ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਤਾਂ ਜੋ ਮੈਨੂੰ ਹੋਰ ਵੀ ਮੋਟੀਵੇਸ਼ਨ ਮਿਲ ਸਕੇ ਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ। ਸੋ ਫਾਈਨ ਆਰਟਸ ਦਾ ਜੀ ਯੂਨਿਟ 1 ਹੈ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਯੂਨਿਟ 1 ਹੈ। ਯੂਨਿਟ 1 ਦਾ ਇੰਟਰੋਡਕਸ਼ਨ ਹੈ ਜੀ ਇਹਦੇ ਵਿੱਚ ਤੁਸੀਂ ਪੜ੍ਹੋਗੇ ਯੂਨਿਟ 1 ਦੇ ਵਿੱਚ ਇਹ ਪਾਰਟ ਹੈ ਜੀ ਵਟ ਇਜ਼ ਆਰਟ। ਆਰਟ ਕੀ ਹੈ ਉਹਦੇ ਬਾਰੇ ਦੇ ਵਿੱਚ ਪੜ੍ਹੋਗੇ ਉਹਦਾ ਕਨਸੈਪਟ ਪੜ੍ਹੋਗੇ ਇੰਪੋਰਟੈਂਸ ਪੜ੍ਹੋਗੇ ਐਂਡ ਸਕੋਪ ਪੜ੍ਹੋਗੇ। ਸੋ ਵਟ ਇਜ਼ ਆਰਟ ਪੜ੍ਹੋਗੇ ਤੁਸੀਂ ਕਨਸੈਪਟ ਪੜ੍ਹੋਗੇ ਆਰਟ ਦਾ ਇੰਪੋਰਟੈਂਸ ਪੜ੍ਹੋਗੇ ਤੇ ਉਹਦਾ ਸਕੋਪ ਜਿਹੜਾ ਤੁਸੀਂ ਪੜ੍ਹੋਗੇ ਡਿਫਰੈਂਟ ਫਾਰਮਸ ਆਫ ਆਰਟ ਪੜ੍ਹੋਗੇ। ਠੀਕ ਹੈ ਸੋ ਕੀ ਕੁਛ ਪੜ੍ਹਨਾ ਤੁਸੀਂ ਆਰਟ ਦੇ ਬਾਰੇ ਦੇ ਵਿੱਚ ਪੜ੍ਹੋਗੇ ਵਟ ਇਜ਼ ਆਰਟ ਉਹਦਾ ਕਨਸੈਪਟ ਤੁਸੀਂ ਪੜ੍ਹੋਗੇ ਉਹਦੀ ਇੰਪੋਰਟੈਂਸ ਤੁਸੀਂ ਪੜ੍ਹੋਗੇ ਸਕੋਪ ਪੜ੍ਹੋਗੇ ਤੇ ਡਿਫਰੈਂਟ ਫਾਰਮਸ ਆਫ ਆਰਟ ਤੁਸੀਂ ਪੜ੍ਹੋਗੇ। ਸੋ ਬੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਏਮਸ ਐਂਡ ਆਬਜੈਕਟਿਵਸ ਆਫ ਟੀਚਿੰਗ। ਸੋ ਏਮਸ ਐਂਡ ਆਬਜੈਕਟਿਵ ਆਫ ਟੀਚਿੰਗ ਪੜ੍ਹੋਗੇ ਤੁਸੀਂ ਫਾਈਨ ਆਰਟਸ ਐਟ ਸੈਕੰਡਰੀ ਲੈਵਲ। ਸੋ ਏਮਸ ਐਂਡ ਆਬਜੈਕਟ ਆਫ ਟੀਚਿੰਗ ਫਾਈਨ ਆਰਟਸ ਐਟ ਸੈਕੰਡਰੀ ਲੈਵਲ ਤੁਸੀਂ ਪੜ੍ਹੋਗੇ। ਰੋਲ ਆਫ ਆਰਟ ਇਨ ਡੇਲੀ ਲਾਈਫ। ਸੋ ਰੋਲ ਆਫ ਆਰਟ ਦਾ ਰੋਲ ਕੀ ਹੈ ਡੇਲੀ ਲਾਈਫ ਦੇ ਵਿੱਚ ਉਹਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ। ਸੋ ਬੀ ਦੇ ਵਿੱਚ ਤੁਸੀਂ ਕੀ ਪੜ੍ਹਨਾ ਹੈ ਜੀ ਏਮਸ ਐਂਡ ਆਬਜੈਕਟਿਵਸ ਆਫ ਟੀਚਿੰਗ। ਸੋ ਏਮਸ ਐਂਡ ਆਬਜੈਕਟਿਵਸ ਆਫ ਟੀਚਿੰਗ ਫਾਈਨ ਆਰਟਸ ਐਟ ਸੈਕੰਡਰੀ ਲੈਵਲ ਰੋਲ ਆਫ ਆਰਟ ਇਨ ਡੇਲੀ ਲਾਈਫ। ਸੋ ਬੀ ਦੇ ਵਿੱਚ ਕੀ ਪੜ੍ਹੋਗੇ ਏਮਸ ਐਂਡ ਆਬਜੈਕਟਿਵ ਆਫ ਟੀਚਿੰਗ ਫਾਈਨ ਆਰਟਸ ਐਟ ਸੈਕੰਡਰੀ ਲੈਵਲ ਰੋਲ ਆਫ ਆਰਟ ਇਨ ਡੇਲੀ ਲਾਈਫ। ਸੋ ਸੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਪ੍ਰਿੰਸੀਪਲਸ ਆਫ ਟੀਚਿੰਗ ਫਾਈਨ ਆਰਟਸ। ਸੋ ਪ੍ਰਿੰਸੀਪਲਸ ਆਫ ਟੀਚਿੰਗ ਫਾਈਨ ਆਰਟਸ ਤੁਸੀਂ ਪੜ੍ਹੋਗੇ ਜੀ ਯੂਨਿਟ 1 ਦੇ ਵਿੱਚ। ਆ ਜਾਓ ਜੀ ਅੱਗੇ ਯੂਨਿਟ ਸੈਕਿੰਡ ਹੈ। ਯੂਨਿਟ ਸੈਕਿੰਡ ਦੇ ਵਿੱਚ ਹੈ ਜੀ ਆਰਟ ਇਨ ਸੋਸ਼ਲ ਕੁਰੀਕਲਮਸ। ਸੋ ਯੂਨਿਟ ਸੈਕਿੰਡ ਦੇ ਵਿੱਚ ਤੁਸੀਂ ਪੜ੍ਹਨਾ ਜੀ ਆਰਟ ਇਨ ਸਕੂਲ ਕੁਰੀਕਲਮਸ। ਇਹਦੇ ਵਿੱਚ ਤੁਸੀਂ ਪੜ੍ਹਨਾ ਜੀ ਏ ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਇੰਪੋਰਟੈਂਸ ਆਫ ਐਗਜ਼ੀਬਿਸ਼ਨਸ। ਇੰਪੋਰਟੈਂਸ ਆਫ ਐਗਜ਼ੀਬਿਸ਼ਨ ਤੁਸੀਂ ਪੜ੍ਹੋਗੇ। ਕੰਪੀਟੀਸ਼ਨਸ ਇਨ ਐਨਕਰਜ ਕ੍ਰੀਏਟਿਵ ਐਕਸਪ੍ਰੈਸ਼ਨ ਤੁਸੀਂ ਪੜ੍ਹੋਗੇ ਅਮੰਗ ਸਟੂਡੈਂਟਸ ਇਹ ਤੁਸੀਂ ਪੜ੍ਹੋਗੇ। ਸੋ ਇਹਦੇ ਵਿੱਚ ਤੁਸੀਂ ਪੜ੍ਹੋਗੇ ਜੀ ਇੰਪੋਰਟੈਂਸ ਆਫ ਐਗਜ਼ੀਬਿਸ਼ਨ ਐਂਡ ਕੰਪੀਟੀਸ਼ਨ ਇਨ ਐਨਕਰਜਿੰਗ ਕ੍ਰੀਏਟਿਵ ਐਕਸਪ੍ਰੈਸ਼ਨ ਪੜ੍ਹੋਗੇ ਅਮੰਗ ਸਟੂਡੈਂਟਸ। ਸੋ ਬੀ ਪਾਰਟ ਦੇ ਵਿੱਚ ਤੁਸੀਂ ਪੜ੍ਹੋਗੇ ਪ੍ਰਿੰਸੀਪਲਸ ਆਫ ਕੁਰੀਕਲਮਸ ਕੰਸਟਰਕਸ਼ਨਸ ਐਟ ਸੈਕੰਡਰੀ ਲੈਵਲ। ਸੋ ਪ੍ਰਿੰਸੀਪਲਸ ਆਫ ਕੁਰੀਕਲਮਸ ਕੰਸਟਰਕਸ਼ਨਸ ਐਟ ਸੈਕੰਡਰੀ ਲੈਵਲ ਤੁਸੀਂ ਪੜ੍ਹੋਗੇ। ਸੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਇੰਪੋਰਟੈਂਸ ਆਫ ਆਰਟ ਰੂਮ ਦੀ ਇੰਪੋਰਟੈਂਸ ਪੜ੍ਹੋਗੇ ਇਟ ਇਜ਼ ਆਰਗੇਨਾਈਜੇਸ਼ਨ ਐਂਡ ਵੇਰੀਅਸ ਰਿਕੁਆਇਰਮੈਂਟਸ ਆਰਟ ਕ੍ਰਿਟਿਸਿਜ਼ਮਸ ਐਂਡ ਐਸਥੈਟਿਕਸ ਜਜਮੈਂਟਸ ਇਨ ਐਵੈਲੂਏਟਿੰਗ ਐਨ ਆਰਟ ਆਬਜੈਕਟ। ਸੋ ਸੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਇੰਪੋਰਟੈਂਸ ਆਫ ਆਰਟ ਰੂਮ ਇੰਪੋਰਟੈਂਸ ਆਫ ਆਰਟ ਰੂਮ ਦੀ ਪੜ੍ਹੋਗੇ ਇਟ ਇਜ਼ ਆਰਗੇਨਾਈਜੇਸ਼ਨ ਪੜ੍ਹੋਗੇ ਐਂਡ ਵੇਰੀਅਸ ਰਿਕੁਆਇਰਮੈਂਟ ਤੁਸੀਂ ਪੜ੍ਹੋਗੇ ਜੀ ਆਰਟ ਕ੍ਰਿਟਿਸਿਜ਼ਮ ਐਂਡ
ਐਸਥੈਟਿਕ ਜਜਮੈਂਟ ਇਨ ਇਵੈਲੂਏਟਿੰਗ ਐਨ ਆਰਟ ਆਬਜੈਕਟ। ਇਹ ਤੁਸੀਂ ਪੜ੍ਹੋਗੇ ਜੀ ਯੂਨਿਟ ਜਿਹੜਾ ਹੈ ਉਹ 2 ਦੇ ਵਿੱਚ। ਨੈਕਸਟ ਆ ਜਾਓ ਜੀ ਯੂਨਿਟ 3 ਤੇ ਯੂਨਿਟ 4 ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਜੀ ਯੂਨਿਟ 3 ਤੇ ਯੂਨਿਟ 4। ਸੋ ਯੂਨਿਟ 3 ਦੇ ਵਿੱਚ ਹੈ ਜੀ ਮੈਥਡਸ ਐਂਡ ਟੈਕਨੀਕਸ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਯੂਨਿਟ 3 ਦੇ ਵਿੱਚ। ਯੂਨਿਟ 3 ਦੇ ਵਿੱਚ ਮੈਥਡਸ ਐਂਡ ਟੈਕਨੀਕਸ। ਇਹਦੇ ਵਿੱਚ ਤੁਸੀਂ ਪੜ੍ਹੋਗੇ ਜੀ ਕੁਆਲਿਟੀਜ਼ ਐਂਡ ਪ੍ਰੋਫੈਸ਼ਨਲ ਕੰਪੀਟੈਂਸ਼ੀਅਸ ਆਫ ਫਾਈਨ ਆਰਟਸ ਟੀਚਰ। ਸੋ ਕੁਆਲਿਟੀਜ਼ ਐਂਡ ਪ੍ਰੋਫੈਸ਼ਨਲ ਜਿਹੜਾ ਕੰਪੀਟੈਂਸ਼ੀਅਸ ਪੜ੍ਹੋਗੇ ਤੁਸੀਂ ਆਫ ਫਾਈਨ ਆਰਟਸ ਟੀਚਰਸ ਦੇ ਬਾਰੇ ਦੇ ਵਿੱਚ। ਬੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਮੈਥਡਸ ਐਂਡ ਟੈਕਨੀਕਸ ਆਫ ਟੀਚਿੰਗ ਫਾਈਨ ਆਰਟਸ। ਸੋ ਮੈਥਡਸ ਐਂਡ ਟੈਕਨੀਕਸ ਆਫ ਟੀਚਿੰਗ ਫਾਈਨ ਆਰਟਸ ਦੇ ਵਿੱਚ ਬਾਰੇ ਵਿੱਚ ਪੜ੍ਹੋਗੇ ਤੁਸੀਂ ਮੈਥਡਸ ਐਂਡ ਟੈਕਨੀਕਸ ਆਫ ਟੀਚਿੰਗ ਫਾਈਨ ਆਰਟਸ, ਜਿਹਦੇ ਵਿੱਚ ਲੈਕਚਰ ਕਮ ਡੈਮੋਸਟ੍ਰੇਸ਼ਨ ਮੈਥਡਸ ਦੇ ਬਾਰੇ ਦੇ ਵਿੱਚ ਪੜ੍ਹੋਗੇ, ਡਾਇਰੈਕਟ ਆਬਜ਼ਰਵੇਸ਼ਨ ਮੈਥਡਸ ਦੇ ਬਾਰੇ ਦੇ ਵਿੱਚ ਪੜ੍ਹੋਗੇ, ਮੈਥਡ ਆਫ ਇਮੈਜੀਨੇਸ਼ਨ ਐਂਡ ਫ੍ਰੀ ਐਕਸਪ੍ਰੈਸ਼ਨ ਦੇ ਬਾਰੇ ਦੇ ਵਿੱਚ ਤੁਸੀਂ ਪੜ੍ਹੋਗੇ। ਸੋ ਬੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਮੈਥਡਸ ਐਂਡ ਟੈਕਨੀਕਸ ਆਫ ਟੀਚਿੰਗ ਫਾਈਨ ਆਰਟਸ ਦੇ ਬਾਰੇ ਦੇ ਵਿੱਚ ਪੜ੍ਹੋਗੇ, ਮੈਥਡਸ ਐਂਡ ਟੈਕਨੀਕਸ ਆਫ ਟੀਚਿੰਗ ਫਾਈਨ ਆਰਟਸ, ਜਿਹਦੇ ਵਿੱਚ ਤੁਸੀਂ ਪੜ੍ਹੋਗੇ ਜੀ ਲੈਕਚਰ ਕਮ ਡੈਮੋਸਟ੍ਰੇਸ਼ਨ ਮੈਥਡ ਦੇ ਬਾਰੇ ਦੇ ਵਿੱਚ ਪੜ੍ਹੋਗੇ, ਡਾਇਰੈਕਟ ਆਬਜ਼ਰਵੇਸ਼ਨ ਮੈਥਡ ਦੇ ਬਾਰੇ ਦੇ ਵਿੱਚ ਪੜ੍ਹੋਗੇ, ਮੈਥਡ ਆਫ ਇਮੈਜੀਨੇਸ਼ਨ ਦੇ ਬਾਰੇ ਦੇ ਵਿੱਚ ਪੜ੍ਹੋਗੇ ਐਂਡ ਫ੍ਰੀ ਐਕਸਪ੍ਰੈਸ਼ਨ ਦੇ ਬਾਰੇ ਦੇ ਵਿੱਚ ਪੜ੍ਹੋਗੇ। ਤੇ ਸੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਨਿਊ ਟ੍ਰੈਂਡਸ ਇਨ ਟੀਚਿੰਗ ਆਫ ਫਾਈਨ ਆਰਟਸ। ਸੋ ਸੀ ਦੇ ਵਿੱਚ ਤੁਸੀਂ ਪੜ੍ਹੋਗੇ ਨਿਊ ਟ੍ਰੈਂਡਸ ਇਨ ਟੀਚਿੰਗਸ ਆਫ ਫਾਈਨ ਆਰਟਸ। ਸੋ ਸੀ ਦੇ ਵਿੱਚ ਤੁਸੀਂ ਕੀ ਪੜ੍ਹੋਗੇ ਨਿਊ ਟ੍ਰੈਂਡਸ ਇਨ ਟੀਚਿੰਗ ਆਫ ਫਾਈਨ ਆਰਟਸ। ਸੋ ਯੂਨਿਟ 4 ਹੈ ਜੀ ਕੰਟੈਂਟ ਹੈ, ਯੂਨਿਟ 4 ਦਾ ਕੰਟੈਂਟ ਹੈ ਜਿਹਦੇ ਵਿੱਚ ਇਹ ਹੈ ਜੀ ਆਰਟ ਐਜ਼ ਐਨ ਆਕੂਪੇਸ਼ਨ। ਸੋ ਇਹਦੇ ਵਿੱਚ ਤੁਸੀਂ ਕੀ ਪੜ੍ਹੋਗੇ ਜੀ ਆਰਟ ਐਜ਼ ਐਨ ਆਕੂਪੇਸ਼ਨ। ਬੀ ਹੈ ਜੀ ਡਿਜ਼ਾਈਨ ਪੜ੍ਹੋਗੇ ਤੁਸੀਂ, ਇਹਦੇ ਵਿੱਚ ਆਰਟ ਐਜ਼ ਐਨ ਆਕੂਪੇਸ਼ਨ ਦੇ ਬਾਰੇ ਦੇ ਵਿੱਚ ਪੜ੍ਹੋਗੇ। ਬੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਡਿਜ਼ਾਈਨ ਪੜ੍ਹੋਗੇ, ਇਟ ਇਜ਼ ਮੀਨਿੰਗ ਪੜ੍ਹੋਗੇ ਅਤੇ ਟਾਈਪਸ ਪੜ੍ਹੋਗੇ। ਸੋ ਆਰਟ ਦੇ ਵਿੱਚ ਡਿਜ਼ਾਈਨ ਦੇ ਬਾਰੇ ਦੇ ਵਿੱਚ ਪੜ੍ਹੋਗੇ, ਉਹਦਾ ਮੀਨਿੰਗ ਪੜ੍ਹੋਗੇ ਐਂਡ ਟਾਈਪਸ ਪੜ੍ਹੋਗੇ। ਸੀ ਦੇ ਵਿੱਚ ਤੁਸੀਂ ਪੜ੍ਹੋਗੇ ਜੀ ਕਲਰ ਦੇ ਵਿੱਚ ਪੜ੍ਹੋਗੇ ਤੁਸੀਂ ਟਾਈਪਸ ਐਂਡ ਇਫੈਕਟਸ। ਸੋ ਕਲਰ ਦੇ ਵਿੱਚ ਕੀ ਤੁਸੀਂ ਪੜ੍ਹੋਗੇ ਜੀ ਟਾਈਪਸ ਐਂਡ ਇਫੈਕਟਸ। ਸੋ ਯੂਨਿਟ 4 ਹੈ ਜੀ ਕੰਟੈਂਟ ਹੈ, ਇਹਦੇ ਵਿੱਚ ਪੜ੍ਹੋਗੇ ਜੀ ਇਹਦੇ ਵਿੱਚ ਆਰਟ ਐਜ਼ ਐਨ ਆਕੂਪੇਸ਼ਨ। ਬੀ ਦੇ ਵਿੱਚ ਡਿਜ਼ਾਈਨ ਇਟ ਇਜ਼ ਮੀਨਿੰਗ ਐਂਡ ਟਾਈਪਸ। ਸੀ ਦੇ ਵਿੱਚ ਕਲਰ ਹੈ ਜੀ ਟਾਈਪਸ ਐਂਡ ਇਫੈਕਟਸ। ਸੋ ਇਹ ਵਾਲਾ ਸੀਗਾ ਜੀ ਤੁਹਾਡਾ ਕੰਪਲੀਟ ਸਿਲੇਬਸ ਪੈਂਡਾਗੋਜੀ ਆਫ ਫਾਈਨ ਆਰਟਸ ਦਾ। ਸੋ ਹਰ ਇੱਕ ਯੂਨਿਟ ਦੇ ਵਿੱਚੋਂ ਜਿਹੜੇ 2 ਤੁਸੀਂ ਲੌਂਗ ਦੇ ਲਈ ਕਰ ਸਕਦੇ ਹੋ ਅਤੇ 1 ਨੂੰ ਤੁਸੀਂ ਸ਼ਾਰਟ ਦੇ ਲਈ ਕਰ ਲਓ। ਇਹਦੇ ਨਾਲ ਹੀ ਜਿਹੜਾ ਤੁਹਾਡਾ ਸਾਰਾ ਸਿਲੇਬਸ ਜਿਹੜਾ ਕਵਰ ਹੈ ਉਹ ਹੋ ਜਾਣਾ ਅਤੇ ਵਿੱਚੋਂ ਹੀ ਆ ਜਾਣਾ ਸਾਰਾ। ਜਿੰਨਾ ਤੁਹਾਡਾ ਸਿਲੇਬਸ ਹੈ ਬਸ ਓਨਾ ਹੀ ਪੜ੍ਹੋ ਅਤੇ ਉਸ ਤੋਂ ਬਾਹਰ ਜਿਹੜਾ ਉਹ ਕੁਝ ਵੀ ਨਾ ਪੜ੍ਹੋ, ਕਿਉਂਕਿ ਤੁਹਾਡੇ ਸਿਲੇਬਸ ਤੋਂ ਬਾਹਰ ਤੁਹਾਨੂੰ ਕੁਝ ਵੀ ਐਗਜ਼ਾਮ ਦੇ ਵਿੱਚ ਨਹੀਂ ਪੁੱਛਿਆ ਜਾਵੇਗਾ। ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਸਿਲੇਬਸ ਪੈਂਡਾਗੋਜੀ ਆਫ ਫਾਈਨ ਆਰਟਸ ਦਾ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਥੈਂਕਸ ਫਾਰ ਵਾਚਿੰਗ।